Students, Vaheguru Ji Ka Khalsa, Vaheguru Ji Ki Fateh. In the previous video, we have learned about breathing. In this video, we will discuss how do we breathe. ਕਿ ਅਸੀਂ breathe ਕਿਵੇਂ ਕਰਦੇ ਹਾਂ, ਕਿਹੜਾ organ ਹੈ ਸਾਡੀ body 'ਚ ਜਿਹਦੇ ਰਾਹੀਂ ਅਸੀਂ ਸਾਹ ਲੈਂਦੇ ਹਾਂ, breathe ਕਰਦੇ ਹਾਂ. Let us now learn about the mechanism of breathing. ਕਿ breathing ਦਾ mechanism ਕੀ ਆ, ਕੀ process ਹੈ, ਕਿਸ ਤਰ੍ਹਾਂ ਅਸੀਂ ਸਾਹ ਲੈਂਦੇ ਹਾਂ. Normally we take in air through our nostrils. ਕਿ ਅਸੀਂ normally ਕਾਹਦੇ ਨਾਲ ਹਵਾ ਅੰਦਰ ਲੈ ਕੇ ਜਾਂਦੇ ਹਾਂ, ਆਪਣੀਆਂ nostrils ਦੇ ਨਾਲ. ਜਿਵੇਂ nostril ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ ਨੱਕ ਦੇ ਦੋ ਛੇਕ ਹੁੰਦੇ ਆ ਉਹਨਾਂ ਨੂੰ nostrils ਕਹਿ ਦਿੰਦੇ ਆ. ਅਤੇ ਜਦੋਂ ਅਸੀਂ ਇਨਹੇਲ ਕਰਦੇ ਹਾਂ, ਇਨਹੇਲ ਮਤਲਬ ਸਾਹ ਅੰਦਰ ਲੈ ਕੇ ਜਾਂਦੇ ਹਾਂ ਜਾਂ ਕਹਿ ਲਓ ਹਵਾ ਅੰਦਰ ਲੈ ਕੇ ਜਾਂਦੇ ਹਾਂ, ਇਹ ਸਾਡੀਆਂ ਨੋਸਟ੍ਰਿਲਸ ਦੇ ਵਿੱਚੋਂ ਪਾਸ ਹੋ ਕੇ ਅਤੇ ਅੱਗੇ ਕਿੱਥੇ ਚਲੇ ਜਾਂਦੀ ਹਵਾ, ਨੇਜ਼ਲ ਕੈਵਿਟੀ ਦੇ ਵਿੱਚ, ਯਾਨੀ ਕਿ ਨੋਸਟ੍ਰਿਲਸ ਤੋਂ ਬਾਅਦ ਨੇਜ਼ਲ ਕੈਵਿਟੀ ਦੇ ਵਿੱਚ ਹਵਾ ਜਾਂਦੀ ਆ. ਫਿਰ ਨੇਜ਼ਲ ਕੈਵਿਟੀ ਤੋਂ ਜਿਹੜੀ ਇਹ ਹਵਾ ਵਾ ਇਹ ਕਿੱਥੇ ਪਹੁੰਚ ਜਾਂਦੀ ਆ, ਦੈਟ ਰੀਚਿਜ਼ ਆਵਰ ਲੰਗਸ, ਸਾਡੇ ਫੇਫੜਿਆਂ ਤੱਕ ਪਹੁੰਚ ਜਾਂਦੀ ਆ. ਕਾਹਦੇ ਰਾਹੀਂ, ਥਰੂ ਦਾ ਵਿੰਡ ਪਾਈਪ. ਵਿੰਡ ਪਾਈਪ ਮਤਲਬ ਹਵਾ ਵਾਲੀ ਪਾਈਪ ਹੁੰਦੀ ਹੈ. ਜਿਸ ਤਰ੍ਹਾਂ ਭੋਜਨ ਵਾਲੀ ਪਾਈਪ ਹੁੰਦੀ ਹੈ ਸਾਡੀ ਬਾਡੀ ਦੇ ਵਿੱਚ, ਇਸੇ ਤਰ੍ਹਾਂ ਸਾਡੇ ਗਲੇ ਦੇ ਵਿੱਚ ਵਿੰਡ ਪਾਈਪ, ਹਵਾ ਵਾਲੀ ਪਾਈਪ ਵੀ ਹੁੰਦੀ ਹੈ, ਜਿਹਦੇ ਰਾਹੀਂ ਹਵਾ ਜਿਹੜੀ ਆ ਫਿਰ ਉਹ ਲੰਗਸ ਤੱਕ ਪਹੁੰਚ ਜਾਂਦੀ ਆ. ਹੁਣ ਲੰਗਸ ਕਿੱਥੇ ਪ੍ਰੈਜ਼ੈਂਟ ਹੁੰਦੇ ਆ, ਦੇ ਆਰ ਪ੍ਰੈਜ਼ੈਂਟ ਇਨ ਦਾ ਚੈਸਟ ਕੈਵਿਟੀ. ਕਿੱਥੇ ਪ੍ਰੈਜ਼ੈਂਟ ਹੁੰਦੇ ਆ, ਸਾਡੀ ਜਿਹੜੀ ਚੈਸਟ ਕੈਵਿਟੀ ਆ, ਯਾਨੀ ਕਿ ਛਾਤੀ ਦੇ ਵਿੱਚ ਲੰਗਸ ਪ੍ਰੈਜ਼ੈਂਟ ਹੁੰਦੇ ਆ. ਜਿਵੇਂ ਇੱਥੇ ਤੁਹਾਨੂੰ ਮੈਂ ਡਾਇਗਰਾਮ ਸ਼ੋ ਕਰਦੀ ਹਾਂ, ਹੇਅਰ ਇਹ ਆ ਡਾਇਗਰਾਮ, ਕਿ ਇਹ ਸਾਡੇ ਲੰਗਸ ਸ਼ੋ ਕੀਤੇ ਹੋਏ ਆ. ਜਿਹੜਾ ਵਿੱਚ ਪਿਆ ਹੋਇਆ ਪਿੰਕ ਜੀ ਸ਼ੇਡ ਦਾ, ਇਹ ਕੀ ਆ, ਲੰਗਸ ਆ. ਇਸੇ ਤਰ੍ਹਾਂ ਹੀ ਇੱਧਰ ਆ, ਪਰ ਇੱਥੇ ਇਹਨਾਂ ਨੇ ਲੰਗਸ ਦੇ ਜਿਹੜੀਆਂ ਅੰਦਰ ਸਾਡੇ ਜੋ ਵੀ ਮਤਲਬ ਸਾਰਾ ਸਿਸਟਮ ਹੁੰਦਾ ਉਹ ਸ਼ੋ ਕੀਤਾ ਹੋਇਆ. ਹੁਣ ਕਿ ਜਿਹੜਾ ਸਾਡੇ ਲੰਗਸ ਆ ਉਹ ਕਾਹਦੇ ਵਿੱਚ, ਚੈਸਟ ਕੈਵਿਟੀ ਜਿਹੜੀ ਆ ਸਾਡੀ, ਚੈਸਟ ਕੈਵਿਟੀ ਕੀ ਹੁੰਦੀ ਆ, ਜਿਹੜੀਆਂ ਸਾਡੀ ਛਾਤੀ ਦੀ ਕਹਿ ਲਓ ਕਿ ਰਿਬਸ ਆ. ਰਿਬਸ ਯਾਨੀ ਕਿ ਇਹ ਬੋਨਸ ਹੁੰਦੀਆਂ, ਇਹਨਾਂ ਨੂੰ ਕਹਿ ਦਿੰਦੇ ਆ ਰਿਬਸ. ਇਸੇ ਤਰ੍ਹਾਂ ਹੀ ਇੱਧਰ ਬਣੀਆਂ ਹੁੰਦੀਆਂ ਵਾ, ਇਹਨੂੰ ਰਿਬ ਕੇਜ ਵੀ ਕਹਿ ਦਿੰਦੇ ਆ, ਯਾਨੀ ਕਿ ਹੱਡੀਆਂ ਦਾ ਬਣਿਆ ਹੋਇਆ ਢਾਂਚਾ, ਜਿਹਦੇ ਵਿੱਚ ਕੀ ਪ੍ਰੋਟੈਕਟ ਹੁੰਦਾ ਵਾ, ਸਾਡੇ ਲੰਗਸ ਪ੍ਰੋਟੈਕਟ ਹੁੰਦੇ ਆ. ਹੁਣ ਕੀ ਆ ਕਿ ਜਿਹੜੀ ਇਹ ਕੈਵਿਟੀ ਆ ਇਹ ਦੋਨਾਂ ਸਾਈਡਾਂ ਤੋਂ, ਜਿਵੇਂ ਮੈਂ ਤੁਹਾਨੂੰ ਸ਼ੋ ਕਰ ਦਿੱਤਾ ਕਿ ਰਿਬਸ ਦੇ ਨਾਲ ਸਰਾਊਂਡਡ ਆ. ਅਤੇ ਇੱਕ ਲਾਰਜ ਮਸਕੂਲਰ ਸ਼ੀਟ, ਲਾਰਜ ਮਸਕੂਲਰ ਸ਼ੀਟ ਜਿਹਨੂੰ ਅਸੀਂ ਡਾਇਆਫਰਮ ਵੀ ਕਹਿੰਦੇ ਹਾਂ. ਮਸਕੂਲਰ ਸ਼ੀਟ ਮਤਲਬ ਮਸਲਸ ਦੀ ਬਣੀ ਹੋਈ ਇੱਕ ਸ਼ੀਟ ਹੁੰਦੀ ਆ, ਜਿਹਨੂੰ ਅਸੀਂ ਡਾਇਆਫਰਮ ਕਹਿੰਦੇ ਹਾਂ. ਅਤੇ ਉਹ ਜਿਹੜਾ ਡਾਇਆਫਰਮ ਆ ਉਹ ਕੀ ਕਰਦਾ ਕਿ ਸਾਡੀ ਜਿਹੜੀ ਚੈਸਟ ਕੈਵਿਟੀ ਆ ਉਹਦੀ ਫਲੋਰ ਬਣਾਉਂਦਾ ਵਾ. ਜਿਸ ਤਰ੍ਹਾਂ ਹੇਅਰ ਇਹ ਦੇਖੋ, ਇਹ ਰਿਬਸ ਦੇ ਵਿੱਚ ਲੰਗਸ ਆ, ਅਤੇ ਇਹ ਨੀਚੇ ਜਿਹੜੀ ਬਣੀ ਆ ਇਹ ਕੀ ਆ, ਮਸਕੂਲਰ ਸ਼ੀਟ ਆ, ਔਰ ਇਹਨੂੰ ਕੀ ਕਹਿੰਦੇ ਆ ਅਸੀਂ, ਡਾਇਆਫਰਮ. ਮਤਲਬ ਇਹ ਸਾਰਾ ਸਾਡਾ ਰੈਸਪੀਰੇਟਰੀ ਸਿਸਟਮ ਆ. ਹੁਣ ਇਸ ਤੋਂ ਬਾਅਦ ਨੇ ਕਿਹਾ ਕਿ ਜਿਹੜੀ ਬਰੀਦਿੰਗ ਆ ਉਹਦੇ ਵਿੱਚ ਫਿਰ ਕੀ ਹੁੰਦਾ ਵਾ, ਇਨਵੋਲਵਸ ਦਾ ਮੂਵਮੈਂਟ ਆਫ ਦਾ ਡਾਇਆਫਰਮ ਐਂਡ ਦਾ ਰਿਬ ਕੇਜ. ਕਿ ਉਹਦੇ ਵਿੱਚ ਕਾਹਦੀ ਮੂਵਮੈਂਟ ਇਨਵੋਲਵਡ ਹੁੰਦੀ ਆ, ਡਾਇਆਫਰਮ ਅਤੇ ਰਿਬ ਕੇਜ. ਰਿਬ ਕੇਜ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਕਿ ਹੱਡੀਆਂ ਦਾ ਬਣਿਆ ਹੋਇਆ ਪਿੰਜਰਾ, ਜਿਹਦੇ ਵਿੱਚ ਲੰਗਸ ਜਿਹੜੇ ਆ ਉਹ ਹੁੰਦੇ ਆ. ਅਤੇ ਡਾਇਆਫਰਮ ਜਿਹੜਾ ਵਾ ਉਹ ਸਾਡੀ ਚੈਸਟ ਕੈਵਿਟੀ ਦਾ ਫਲੋਰ ਆ, ਮਸਲਸ ਤੋਂ ਬਣਿਆ ਹੁੰਦਾ ਵਾ. ਹੁਣ ਇਹ ਤਾਂ ਸਾਰੇ ਸਾਨੂੰ ਦੱਸਦੇ ਕਿ ਰੈਸਪੀਰੇਟਰੀ ਔਰਗਨਸ ਕਿਹੜੇ ਆ, ਅਤੇ ਨੀਚੇ ਹੁਣ ਸਾਰੀ ਪ੍ਰੋਸੈਸ ਦੱਸੀ ਆ ਕਿ ਕਿਵੇਂ ਇਹ ਜਿਹੜੇ ਔਰਗਨਸ ਆ ਇਹ ਕੰਮ ਕਰਦੇ ਆ. ਡਿਊਰਿੰਗ ਇਨਹੇਲੇਸ਼ਨ, ਯਾਨੀ ਕਿ ਇਨਹੇਲੇਸ਼ਨ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸ ਚੁੱਕੀ ਹਾਂ. ਇਨ ਮਤਲਬ ਅੰਦਰ ਲੈ ਕੇ ਜਾਣਾ, ਕਿ ਜਦੋਂ ਅਸੀਂ ਹਵਾ ਅੰਦਰ ਲੈ ਕੇ ਜਾਂਦੇ ਹਾਂ ਅਤੇ ਅਸੀਂ ਕੀ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਰਿਬਸ ਆ, ਯਾਨੀ ਕਿ ਜਿਹੜਾ ਸਾਡਾ ਜਿਹਦੇ ਵਿੱਚ ਲੰਗਸ ਆ, ਉਹ ਹੱਡੀਆਂ ਦਾ ਜਿਹੜਾ ਢਾਂਚਾ ਕਹਿ ਲਓ ਜਾਂ ਹੱਡੀਆਂ ਦਾ ਪਿੰਜਰਾ ਕਹਿ ਲਓ, ਉਹ ਮੂਵ ਅਪ, ਯਾਨੀ ਕਿ ਬਾਹਰ ਵੱਲ ਉੱਪਰ ਨੂੰ ਮੂਵ ਕਰਦਾ ਵਾ, ਐਂਡ ਆਊਟਵਰਡਸ. ਸਾਨੂੰ ਕੀ ਮਹਿਸੂਸ ਹੁੰਦਾ ਕਿ ਉੱਪਰ ਵੱਲ ਨੂੰ ਰਿਬਸ ਮੂਵ ਕਰਦੀਆਂ ਅਤੇ ਆਊਟਵਰਡਸ ਬਾਹਰ ਨੂੰ
ਫਲਾਵਟ ਸਾਨੂੰ ਮਹਿਸੂਸ ਹੁੰਦੀ ਆ। ਐਂਡ ਡਾਇਆਫਰਮ ਮੂਵਸ ਡਾਊਨ, ਅਤੇ ਜਿਹੜਾ ਡਾਇਆਫਰਮ ਯਾਨੀ ਕਿ ਮਸਕੂਲਰ ਸ਼ੀਟ ਆ ਉਹ ਨੀਚੇ ਨੂੰ ਮੂਵ ਕਰਦੀ ਆ। ਫਿਰ ਜਦੋਂ ਰਿਬਸ ਜਿਹੜੀਆਂ ਵਾ ਉੱਪਰ ਨੂੰ ਅਤੇ ਆਊਟਵਰਡ ਨੂੰ ਮੂਵ ਕੀਤੀਆਂ ਅਤੇ ਡਾਇਆਫਰਮ ਨੀਚੇ ਵੱਲ ਨੂੰ ਚਲਾ ਗਿਆ, ਅਤੇ ਉਹਦੇ ਨਾਲ ਕੀ ਹੋਣਾ ਕਿ ਜਿਹੜੀ ਲੰਗਸ ਚੈਸਟ ਕੈਵਿਟੀ ਦੇ ਵਿੱਚ ਜਗ੍ਹਾ ਵਾ ਉਹ ਵੱਧ ਜਾਣੀ ਆ। ਉਸ ਮੂਵਮੈਂਟ ਨੇ ਜਗ੍ਹਾ ਨੂੰ ਇਨਕਰੀਜ਼ ਕਰ ਦੇਣਾ ਵਾ। ਫਿਰ ਜਿਹਦੇ ਨਾਲ ਕੀ ਹੋਣਾ ਕਿ ਬਾਹਰੋਂ ਜਿਹੜੀ ਹਵਾ ਵਾ ਦੈਟ ਰਸ਼ਿਜ਼ ਇਨਟੂ ਦਾ ਲੰਗਸ, ਬਾਹਰੋਂ ਜਿਹੜੀ ਹਵਾ ਵਾ ਉਹ ਜਿੰਨੀ ਜਗ੍ਹਾ ਜ਼ਿਆਦਾ ਹੋ ਗਈ ਉਨੀ ਹਵਾ ਜਿਹੜੀ ਆ ਉਹ ਲੰਗਸ ਦੇ ਵਿੱਚ, ਫੇਫੜਿਆਂ ਦੇ ਵਿੱਚ ਜ਼ਿਆਦਾ ਜਾਣੀ ਆ। ਫਿਰ ਜਿਹੜੇ ਲੰਗਸ ਆ ਉਹਨਾਂ ਨੇ ਹਵਾ ਦੇ ਨਾਲ ਪੂਰੇ ਭਰ ਜਾਣਾ ਵਾ। ਅਤੇ ਫਿਰ ਇਹ ਹੋ ਗਈ ਇਨਹੇਲੇਸ਼ਨ, ਕਿ ਇਨਹੇਲੇਸ਼ਨ ਕਿਵੇਂ ਹੁੰਦੀ ਆ ਸਾਡੇ 'ਚ। ਅਤੇ ਡਿਊਰਿੰਗ ਐਗਜ਼ੇਲੇਸ਼ਨ ਜਦੋਂ ਅਸੀਂ ਬਾਹਰ ਕੱਢਦੇ ਹਾਂ ਉਹੀ ਹਵਾ, ਫਿਰ ਜਿਹੜੀਆਂ ਰਿਬਸ ਆ, ਪਹਿਲਾਂ ਜਦੋਂ ਅਸੀਂ ਹਵਾ ਅੰਦਰ ਲੈ ਕੇ ਗਏ ਅਤੇ ਰਿਬਸ ਮੂਵ ਅਪ, ਉੱਪਰ ਨੂੰ ਮੂਵ ਕੀਤੀਆਂ। ਹੁਣ ਜਦੋਂ ਅਸੀਂ ਹਵਾ ਬਾਹਰ ਕੱਢੀ ਅਤੇ ਰਿਬਸ ਜਿਹੜੀਆਂ ਮੂਵ ਡਾਊਨ, ਯਾਨੀ ਕਿ ਨੀਚੇ ਵੱਲ ਨੂੰ ਮੂਵ ਕਰ ਜਾਣਗੀਆਂ। ਐਂਡ ਇਨਵਰਡ, ਸਾਨੂੰ ਕੀ ਮਹਿਸੂਸ ਹੋਏਗਾ ਕਿ ਅੰਦਰ ਨੂੰ ਸਾਡੀ ਜਿਹੜੀ ਚੈਸਟ ਕੈਵਿਟੀ ਆ, ਛਾਤੀ ਆ, ਉਹ ਚਲੇ ਗਈ ਆ। ਅਤੇ ਡਾਇਆਫਰਮ ਜਿਹੜਾ ਵਾ ਉਹਦੇ ਵਿੱਚ ਮੂਵਸ ਡਾਊਨ ਸੀ, ਜਿਹਦੇ ਨਾਲ ਜਗ੍ਹਾ ਵੱਧ ਜਾਂਦੀ ਸੀ ਚੈਸਟ ਕੈਵਿਟੀ ਦੀ। ਇਹਦੇ ਵਿੱਚ ਹੁਣ ਕੀ ਹੋਣਾ ਕਿ ਡਾਇਆਫਰਮ ਉੱਪਰ ਵੱਲ ਨੂੰ ਮੂਵ ਕਰਨਾ, ਅਤੇ ਉਹਦੇ ਨਾਲ ਫਿਰ ਕੀ ਆ ਕਿ ਜਿਹੜਾ ਸਾਡੀ ਚੈਸਟ ਕੈਵਿਟੀ ਦਾ ਸਾਈਜ਼ ਆ ਉਹ ਰਿਡਿਊਸ ਕਰ ਜਾਣਾ, ਯਾਨੀ ਕਿ ਘੱਟ ਜਾਣਾ ਵਾ। ਅਤੇ ਉਹਦੇ ਨਾਲ ਫਿਰ ਜਿਹੜੀ ਚੈਸਟ ਕੈਵਿਟੀ ਦਾ ਜਿਹੜਾ ਸਾਈਜ਼ ਰਿਡਿਊਸ ਕਰ ਗਿਆ, ਅਤੇ ਏਅਰ ਜਿਹੜੀ ਆ ਉਹਦੇ ਵਿੱਚੋਂ, ਫੇਫੜਿਆਂ ਦੇ ਵਿੱਚੋਂ ਬਾਹਰ ਨਿਕਲੇਗੀ, ਬਾਹਰ ਨਿਕਲਣੀ ਹੈ। ਐਂਡ ਏਅਰ ਇਜ਼ ਪੁਸ਼ਡ ਆਊਟ ਆਫ ਦਾ ਲੰਗਸ, ਫੇਫੜਿਆਂ ਵਿੱਚੋਂ ਹਵਾ ਜਿਹੜੀ ਬਾਹਰ ਨੂੰ ਨਿਕਲੇਗੀ। ਹੁਣ ਨੇ ਕਿਹਾ ਕਿ ਦੀਜ਼ ਮੂਵਮੈਂਟਸ ਇਨ ਆਵਰ ਬਾਡੀ ਕੈਨ ਬੀ ਫੈਲਟ ਈਜ਼ੀਲੀ, ਕਿ ਇਹਨਾਂ ਨੂੰ ਅਸੀਂ ਬੜੀ ਆਸਾਨੀ ਦੇ ਨਾਲ ਇਹਨਾਂ ਮੂਵਮੈਂਟਸ ਨੂੰ ਮਹਿਸੂਸ ਕਰ ਸਕਦੇ ਹਾਂ। ਜਿਵੇਂ ਤੁਸੀਂ ਬੈਠ ਕੇ ਇੱਕ ਜਗ੍ਹਾ 'ਤੇ ਆਪਣੇ ਆਪ ਨੂੰ ਕੌਨਸਨਟਰੇਟ ਕਰੋ ਥੋੜ੍ਹਾ ਜਿਹਾ, ਅਤੇ ਡੀਪ ਬਰੀਥ, ਯਾਨੀ ਕਿ ਡੂੰਘਾ ਸਾਹ ਲਓ। ਜਦੋਂ ਤੁਸੀਂ ਡੂੰਘਾ ਸਾਹ ਲਓਗੇ ਅਤੇ ਆਪਣਾ ਜਿਹੜਾ ਹੱਥ ਆ, ਹਥੇਲੀ ਜਿਹੜੀ ਪਾਮ, ਉਹਨੂੰ ਕਿੱਥੇ ਰੱਖ ਲੈਣਾ, ਆਪਣੇ ਪੇਟ ਦੇ ਉੱਪਰ। ਅਤੇ ਫਿਰ ਤੁਸੀਂ ਆਪਣੇ ਐਬਡੋਮਨ ਦੀ ਮੂਵਮੈਂਟ ਜਿਹੜੀ ਆ ਉਹਨੂੰ ਮਹਿਸੂਸ ਕਰੋ। ਐਬਡੋਮਨ ਮਤਲਬ ਆਪਣਾ ਪੇਟ ਜਿਹੜਾ ਵਾ ਤੁਹਾਡਾ, ਉਹਦੇ ਉੱਪਰ ਰੱਖ ਕੇ ਉਹਦੀ ਮੂਵਮੈਂਟ ਨੂੰ ਮਹਿਸੂਸ ਕਰੋ। ਅਤੇ ਜੋ ਅਸੀਂ ਪਿੱਛੇ ਪੜ੍ਹਿਆ ਸੀਗਾ ਕਿ ਜਦੋਂ ਇਨਹੇਲੇਸ਼ਨ ਹੁੰਦੀ ਆ ਅਤੇ ਜਿਹੜਾ ਡਾਇਆਫਰਮ ਆ ਉਹ ਉੱਪਰ ਨੂੰ ਅਤੇ ਬਾਹਰ ਵੱਲ ਨੂੰ ਮੂਵ ਕਰਦਾ, ਜਾਂ ਕਹਿ ਲਓ ਬਾਹਰ ਨੂੰ ਨਿਕਲਦਾ ਮਹਿਸੂਸ ਹੁੰਦਾ ਵਾ, ਅਤੇ ਜਿਹੜਾ ਡਾਇਆਫਰਮ ਆ ਉਹ ਨੀਚੇ ਵੱਲ ਨੂੰ ਮੂਵ ਕਰਦਾ, ਜਿਹਦੇ ਨਾਲ ਚੈਸਟ ਕੈਵਿਟੀ ਦੇ ਵਿੱਚ ਜਗ੍ਹਾ ਜਿਹੜੀ ਆ ਉਹ ਇਨਕਰੀਜ਼ ਕਰ ਜਾਂਦੀ ਆ, ਅਤੇ ਹਵਾ ਜਿਹੜੀ ਆ ਉਹ ਅੰਦਰ ਚਲੇ ਜਾਂਦੀ ਆ। ਅਤੇ ਜਦੋਂ ਅਸੀਂ ਸਾਹ ਬਾਹਰ ਕੱਢਦੇ ਹਾਂ ਐਗਜ਼ੇਲੇਸ਼ਨ ਦੇ ਦੌਰਾਨ, ਉਸ ਤੋਂ ਉਲਟ ਹੋ ਜਾਂਦਾ ਕਿ ਜਿਹੜਾ ਡਾਇਆਫਰਮ ਆ ਉਹ ਫਿਰ ਉੱਪਰ ਵੱਲ ਨੂੰ ਮੂਵ ਕਰਦਾ, ਅਤੇ ਜਿਹਦੇ ਨਾਲ ਜਿਹੜੀ ਚੈਸਟ ਕੈਵਿਟੀ ਆ ਉਹਦੇ ਵਿੱਚ ਜਗ੍ਹਾ ਜਿਹੜੀ ਆ ਉਹ ਘੱਟ ਜਾਂਦੀ ਆ, ਅਤੇ ਜਿਹਦੇ ਨਾਲ ਜਿਹੜੀ ਹਵਾ ਵਾ ਉਹ ਫੇਫੜਿਆਂ ਤੋਂ ਬਾਹਰ ਆ ਜਾਂਦੀ ਆ। ਹੁਣ ਇਹ ਪੜ੍ਹਨ ਤੋਂ ਬਾਅਦ ਕੀ ਆ ਕਿ ਡਿਊਰਿੰਗ ਬਰੀਦਿੰਗ, ਹੁਣ ਉਹਨੇ ਕਿਹਾ ਕਿ ਜਦੋਂ ਸਾਹ ਲੈਣ ਦੇ ਦੌਰਾਨ ਸਾਡੀ ਜਿਹੜੀ ਚੈਸਟ ਕੈਵਿਟੀ ਆ ਉਹਦੇ ਸਾਈਜ਼ ਦੇ ਵਿੱਚ ਚੇਂਜਸ ਆਉਂਦੀਆਂ। ਜਿਵੇਂ ਆਪਾਂ ਪਿੱਛੇ ਪੜ੍ਹਿਆ ਕਿ ਜਦੋਂ ਅਸੀਂ ਸਾਹ ਅੰਦਰ ਲੈ ਕੇ ਜਾਂਦੇ ਹਾਂ, ਇਨਹੇਲੇਸ਼ਨ ਕਰਦੇ ਹਾਂ, ਅਤੇ ਚੈਸਟ ਕੈਵਿਟੀ ਦਾ ਸਾਈਜ਼ ਇਨਕਰੀਜ਼ ਕਰਦਾ ਵਾ। ਜਦੋਂ ਅਸੀਂ ਸਾਹ ਬਾਹਰ ਕੱਢਦੇ ਹਾਂ ਅਤੇ ਚੈਸਟ ਕੈਵਿਟੀ ਦਾ ਜਿਹੜਾ ਸਾਈਜ਼ ਆ ਉਹ ਡਿਕਰੀਜ਼ ਕਰ ਜਾਂਦਾ ਵਾ। ਹੁਣ ਉਹਨਾਂ ਨੇ ਕਿਹਾ ਕਿ ਚਿਲਡਰਨ, ਬੱਚੇ ਜਿਹੜੇ ਆ ਉਹ ਚੈਸਟ ਐਕਸਪੈਂਸ਼ਨ ਕੰਪੀਟੀਸ਼ਨ ਹੁੰਦੇ ਆ, ਯਾਨੀ ਕਿ ਇਹ ਪ੍ਰਤੀਯੋਗਿਤਾ ਹੁੰਦੀ ਆ ਜਿਹਦੇ ਵਿੱਚ ਬੱਚੇ, ਜਿਹਨੂੰ ਕਹਿ ਦਿੰਦੇ ਕਿ ਛਾਤੀ ਫੁਲਾਉਣ ਦੇ ਮੁਕਾਬਲੇ, ਕਿ ਕੋਈ ਬੱਚਾ ਕਹਿੰਦਾ ਮੇਰੀ ਇੰਨੀ ਛਾਤੀ ਫੁੱਲਦੀ ਆ, ਕੋਈ ਕਹਿੰਦਾ ਮੇਰੀ ਇੰਨੀ ਫੁੱਲਦੀ ਆ। ਉਹਨੇ ਕਿਹਾ ਕਿ ਤੁਸੀਂ ਆਪਣੀ ਕਲਾਸ ਦੇ ਵਿੱਚ ਇਹ ਐਕਟੀਵਿਟੀ ਜਿਹੜੀ ਆ ਆਪਣੇ ਕਲਾਸਮੇਟਸ ਦੇ ਨਾਲ ਕਰ ਸਕਦੇ ਜੇ। ਨਾਓ ਜਿਹੜੀ ਸਾਡੇ ਆਲੇ ਦੁਆਲੇ ਹਵਾ, ਹੁਣ ਉਹਨੇ ਕਿਹਾ ਕਿ ਅਸੀਂ ਨਿੱਛ ਕਿਉਂ ਮਾਰਦੇ ਹਾਂ, ਸਾਨੂੰ ਜਿਹੜੀ ਨਿੱਛ ਆਉਂਦੀ ਆ ਕਿਉਂ ਆਉਂਦੀ ਆ ਕਿ ਸਾਡੇ ਆਲੇ ਦੁਆਲੇ ਹਵਾ ਦੇ ਵਿੱਚ ਬਹੁਤ ਵੱਖੋ ਵੱਖਰੀ ਟਾਈਪਸ ਦੇ ਅਨਵਾਂਟਡ ਪਾਰਟੀਕਲਸ, ਅਨਵਾਂਟਡ ਜਿਹੜੇ ਸਾਨੂੰ ਨਹੀਂ ਚਾਹੀਦੇ, ਜਿਵੇਂ ਸਮੋਕ ਆ, ਡਸਟ ਆ, ਪੋਲਨਸ ਆ, ਪੋਲਨਸ ਫਲਾਰਸ ਦੇ ਹੁੰਦੇ ਆ, ਫੁੱਲਾਂ ਦੇ। ਵੈਨ ਵੀ ਇਨਹੇਲ, ਜਦੋਂ ਅਸੀਂ ਇਹਨਾਂ ਨੂੰ ਇਨਹੇਲ ਕਰਦੇ ਹਾਂ, ਫਿਰ ਉਹੀ ਇਨਹੇਲ ਮਤਲਬ ਜਦੋਂ ਅਸੀਂ ਇਹਨਾਂ ਨੂੰ ਸਾਹ ਰਾਹੀਂ ਅੰਦਰ ਲੈ ਕੇ ਜਾਂਦੇ ਹਾਂ
ਤੇ ਇਹ ਜਿਹੜੇ ਪਾਰਟੀਕਲਸ ਆ ਇਹ ਸਾਡੇ ਨੱਕ ਦੇ ਵਿੱਚ ਹੇਅਰ ਪ੍ਰੈਜ਼ੈਂਟ ਹੁੰਦੇ ਆ, ਛੋਟੇ ਛੋਟੇ ਵਾਲ ਪ੍ਰੈਜ਼ੈਂਟ ਹੁੰਦੇ ਆ ਸਾਡੀ ਨੇਜ਼ਲ ਕੈਵਿਟੀ ਦੇ ਵਿੱਚ। ਔਰ ਇਹ ਜਿਹੜੇ ਪਾਰਟੀਕਲਸ ਆ ਇਹ ਹੇਅਰ ਤੋਂ ਕਈ ਵਾਰੀ ਕੀ ਹੁੰਦਾ, ਹੇਅਰਸ ਤੋਂ ਅੱਗੇ ਸਾਡੀ ਨੇਜ਼ਲ ਹੇਅਰ ਜਿਹੜੇ ਉਹ ਨੋਸਟ੍ਰਲਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਤੇ ਇਹ ਜਿਹੜੇ ਪਾਰਟੀਕਲਸ ਆ ਇਹ ਨੋਸਟ੍ਰਲਸ ਤੋਂ ਅੱਗੇ ਸਾਡੀ ਨੇਜ਼ਲ ਕੈਵਿਟੀ ਦੇ ਵਿੱਚ ਚਲੇ ਜਾਂਦੇ ਆ, ਜਿੱਥੇ ਜਾ ਕੇ ਇਹ ਪਾਰਟੀਕਲਸ ਸਾਡੀ ਨੇਜ਼ਲ ਕੈਵਿਟੀ ਦੀ ਜਿਹੜੀ ਲਾਈਨਿੰਗ ਆ ਉਹਨੂੰ ਇਰੀਟੇਟ ਕਰਦੇ ਆ, ਮਤਲਬ ਉੱਤੇ ਖੁਜਲੀ ਜੀ ਜਿਵੇਂ ਮਹਿਸੂਸ ਹੁੰਦੀ ਆ, ਤੇ ਜਿਹਦਾ ਕਰਕੇ ਸਾਨੂੰ ਨਿੱਛ ਆ ਜਾਂਦੀ ਆ, ਸਨੀਜ਼। ਹੁਣ ਉਹਨੇ ਕਿਹਾ ਕਿ ਜਦੋਂ ਅਸੀਂ ਨਿੱਛ ਮਾਰਦੇ ਹਾਂ, ਸਨੀਜ਼ਿੰਗ ਦੇ ਦੌਰਾਨ ਕੀ ਹੁੰਦਾ ਵਾ ਕਿ ਜਦੋਂ ਅਸੀਂ ਨਿੱਛ ਮਾਰਦੇ ਹਾਂ ਤੇ ਜਿਹੜੇ ਫੋਰਨ ਪਾਰਟੀਕਲਸ ਇਹੀ ਜਿਹੜੇ ਵੇਸਟ ਪਾਰਟੀਕਲਸ, ਅਨਵਾਂਟਡ ਪਾਰਟੀਕਲ, ਸਮੋਕ ਆ, ਡਸਟ ਆ ਜਾਂ ਪੋਲਨਸ ਆ, ਕੁਛ ਵੀ ਆ, ਇਹ ਸਾਡੀ ਬਾਡੀ 'ਚੋਂ ਬਾਹਰ ਨਿਕਲ ਆਉਂਦੇ ਆ ਤੇ ਅਸੀਂ ਜਿਹੜੀ ਡਸਟ ਫਰੀ ਏਅਰ ਆ, ਸਾਫ ਸੁਥਰੀ ਹਵਾ ਫਿਰ ਸਾਡੀ ਬਾਡੀ ਦੇ ਅੰਦਰ ਜਾਂਦੀ ਆ। ਹੁਣ ਉਹਨਾਂ ਨੇ ਕਿਹਾ ਸਾਨੂੰ ਕਾਹਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ, ਕਿਸ ਤਰ੍ਹਾਂ ਨਿੱਛ ਜਿਹੜੀ ਮਾਰਨੀ ਚਾਹੀਦੀ ਆ, ਉਹਦੀ ਕਿਵੇਂ ਕੇਅਰ ਕਰਨੀ ਚਾਹੀਦੀ ਆ ਕਿ ਨਿੱਛ ਮਾਰਦੇ ਦੌਰਾਨ ਸਾਨੂੰ ਜਿਹੜਾ ਆਪਣਾ ਨੋਜ਼ ਆ ਉਹਨੂੰ ਹਮੇਸ਼ਾ ਕਵਰ ਕਰਨਾ ਚਾਹੀਦਾ ਵਾ, ਤਾਂ ਜੋ ਜਿਹੜੇ ਫੋਰਨ ਪਾਰਟੀਕਲਸ ਸਾਡੀ ਨਿੱਛ ਦੇ ਦੌਰਾਨ ਬਾਹਰ ਨਿਕਲਦੇ ਆ ਉਹ ਕੋਈ ਦੂਸਰਾ ਪਰਸਨ ਜਿਹੜਾ ਵਾ ਉਹਨਾਂ ਨੂੰ ਇਨਹੇਲ ਨਾ ਕਰ ਲਵੇ, ਉਹਨਾਂ ਨੂੰ ਨਾ ਲੈ ਲਵੇ। ਹੁਣ ਅਸੀਂ ਨੈਕਸਟ ਵੀਡੀਓ ਵਿੱਚ ਇਹਦੀਆਂ ਐਕਟੀਵਿਟੀਜ਼ ਇਹਨਾਂ ਦੇ ਨਾਲ ਰਿਲੇਟਡ, ਡਾਇਆਫ੍ਰਾਮ ਜਾਂ ਬਰੀਦਿੰਗ ਦੇ ਨਾਲ ਰਿਲੇਟਡ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। I hope you all have understood this topic very well. Thank you.